ਅੱਗੇ ਪੜ੍ਹਦੇ ਹਾਂ ਜੀ। With reference to the Indian freedom struggle, which one of the following statements is not correct? Correct नहीं है जी। Hakim Ajmal Khan was one of the leaders to start a nationalist and militant Ahrar movement। पता नहीं जी सानू। When the Indian National Congress was formed, Sayyid Ahmad Khan opposed it। ਇਹ ਗੱਲ ਸਹੀ ਹੈ ਜੀ ਵੀ ਸੈयद ਅਹਿਮਦ ਖਾਨ ਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਵਿਰੋਧ ਕੀਤਾ ਸੀ। ਇੱਥੇ ਥੋੜਾ ਵਿਰੋਧ ਦੀ ਵੀ ਗੱਲ ਹੈ, ਬੇਸਿਕਲੀ ਉਹਨਾਂ ਨੇ ਜੁਆਇਨ ਨਹੀਂ ਸੀ ਕੀਤਾ, ਉਹਨਾਂ ਨੂੰ ਲੈਟਰ ਗਿਆ ਸੀ, ਉਹਨਾਂ ਨੇ ਜੁਆਇਨ ਨਹੀਂ ਸੀ ਕੀਤਾ ਸੈयद ਅਹਿਮਦ ਖਾਨ ਨੇ। ਦੇਖਦੇ ਹਾਂ ਜੀ, ਸ਼ੱਕ 'ਚ ਰੱਖੋ ਥੋੜਾ। The All India Muslim League, which was formed in 1906, vehemently opposed the partition of Bengal and separate electorate। ਆਹ ਗੱਲ ਸਿੱਧੀ ਬਣ ਗਈ ਜੀ। ਇਹਨਾਂ ਨੇ ਬੰਗਾਲ ਦੀ ਪਾਰਟੀਸ਼ਨ ਦਾ ਵਿਰੋਧ ਨਹੀਂ ਸੀ ਕੀਤਾ, ਸਮਰਥਨ ਕੀਤਾ ਸੀ। ਇਸ ਕਰਕੇ ਆਹ ਪੁਆਇੰਟ ਹੋ ਗਿਆ ਗਲਤ, ਆਪਾਂ ਗਲਤ ਚੱਕਣਾ ਆ। ਸੀ ਆਂਸਰ ਹੈ ਜੀ। ਬਾਕੀ ਪੁਆਇੰਟ ਸਹੀ ਹੈ ਵੀ ਸੈयद ਅਹਿਮਦ ਖਾਨ ਨੇ ਅਪੋਜ਼ ਕੀਤਾ ਸੀ। ਮੌਲਾਨਾ ਬਰਕਤੁल्ला ਐਂਡ ਮੌਲਾਨਾ ਅਬੀਦੁल्ला ਸਿੰਧੀ were among those who formed a provisional government in India in Kabul। ਠੀਕ ਹੈ ਜੀ, ਬਾਕੀ ਸਟੇਟਮੈਂਟ ਆ ਠੀਕ ਆ। ਇੱਥੋਂ ਗੱਲ ਬਣ ਗਈ, ਆਲ ਇੰਡੀਆ ਮੁਸਲਿਮ ਲੀਗ ਨੇ ਸਮਰਥਨ ਕੀਤਾ ਸੀ ਬੰਗਾਲ ਦੀ ਪਾਰਟੀਸ਼ਨ ਦਾ, ਵਿਰੋਧ ਨਹੀਂ ਸੀ ਕੀਤਾ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਢਾਕਾ, ਹੁਣ ਦਾ ਢਾਕਾ ਬੰਗਲਾਦੇਸ਼ ਵਿੱਚ ਚਲਾ ਗਿਆ, ਬੰਗਾਲ ਪ੍ਰੈਜ਼ੀਡੈਂਸੀ ਵਿੱਚ 1906 ਵਿੱਚ ਕੀਤੀ ਗਈ ਸੀ। ਆਹ ਪ੍ਰਸ਼ਨ ਪਹਿਲਾਂ ਵੀ ਆਇਆ, ਕਦੋਂ ਕੀਤੀ ਗਈ? 1906 ਵਿੱਚ। ਇਸ ਨੇ ਸੂਬੇ ਦੀ ਵੰਡ ਤੋਂ ਬਾਅਦ ਮੁਸਲਮਾਨਾਂ ਦੀ ਬਹੁ ਗਿਣਤੀ ਬਣਾਉਣ ਲਈ ਬੰਗਾਲ ਦੀ ਵੰਡ ਦਾ ਸਮਰਥਨ ਕੀਤਾ ਸੀ। ਬੰਗਾਲ ਦੀ ਵੰਡ ਦਾ ਸਮਰਥਨ, ਇਹਨਾਂ ਨੂੰ ਇਹ ਸੀਗਾ ਕਿ ਬੰਗਾਲ ਦੀ ਵੰਡ ਹੋਣ ਨਾਲ ਕੀ ਆ, ਦੂਜੇ ਪਾਸੇ ਮੁਸਲਿਮ ਦੀ ਮੈਜੋਰਟੀ ਹੋ ਜਾਏਗੀ। The real intention of the British for including the princely states in the Federal Union proposed by the India Act of 1935। ਦੇਖੋ ਅਸੀਂ ਪੜ੍ਹਿਆ ਕਿ 1935 ਵਾਲੇ ਐਕਟ ਵਿੱਚ ਇਹ ਗੱਲ ਕਹੀ ਸੀ ਕਿ ਆਲ ਇੰਡੀਆ ਫੈਡਰੇਸ਼ਨ ਬਣੇਗਾ, ਤਾਂ ਉਸ ਫੈਡਰੇਸ਼ਨ ਵਿੱਚ ਪ੍ਰਿੰਸਲੀ ਸਟੇਟਸ ਵੀ ਹੋਣਗੀਆਂ। ਠੀਕ, ਜਿਹੜੀਆਂ ਰਿਆਸਤਾਂ ਆ ਰਾਜਾਂ ਦੀਆਂ ਉਹ ਵੀ ਹੋਣਗੀਆਂ। ਹੁਣ ਇਹਦੇ ਪਿੱਛੇ ਰੀਅਲ ਇੰਟੈਂਸ਼ਨ ਕੀ ਸੀ, ਅਸਲੀ ਮਤਲਬ ਕੀ ਸੀ ਅੰਗਰੇਜ਼ਾਂ ਦਾ? ਐਕਸਰਸਾਈਜ਼ ਮੋਰ ਐਂਡ ਡਾਇਰੈਕਟ ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਕੰਟਰੋਲ ਹੋ ਸਕਦਾ, ਇਹ ਵੀ ਕਾਰਨ ਹੋ ਸਕਦਾ ਕਿ ਪ੍ਰਿੰਸਲੀ ਸਟੇਟ ਦੇ ਉੱਤੇ ਜ਼ਿਆਦਾ ਕੰਟਰੋਲ ਹੋਵੇ। ਇਨਵੋਲਵ ਦਾ ਪ੍ਰਿੰਸਸ ਐਕਟਿਵਲੀ ਇਨ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਕਲੋਨੀ, ਇਹ ਵੀ ਗੱਲ ਹੋ ਸਕਦੀ ਆ ਕਿ ਪ੍ਰਿੰਸਲੀ ਸਟੇਟ ਨੂੰ ਆਪਣੇ ਉਹਦੇ ਐਡਮਿਨਿਸਟ੍ਰੇਸ਼ਨ ਲਈ ਇਨਵੋਲਵ ਕਰੋ ਐਡਮਿਨਿਸਟ੍ਰੇਸ਼ਨ ਵਿੱਚ। ਠੀਕ ਹੈ ਜੀ, ਦੇਖਦੇ ਹਾਂ। Finally affect the complete political and administrative takeover of all the princely states by the British। ਕੋਈ ਕਾਰਨ ਇੰਨਾ ਲੱਗਦਾ ਨਹੀਂ, ਦੇਖਦੇ ਹਾਂ। Use the princes to counterbalance the anti-imperialist doctrines of the nationalist leader। ਇਹ ਕਾਰਨ ਹੈ। ਦੇਖੋ ਇਸ ਤਰ੍ਹਾਂ ਸੀ ਜਿੱਦਾਂ ਆਹ ਭਾਰਤ ਆ, ਭਾਰਤ ਵਿੱਚ ਜਿਹੜੇ ਪ੍ਰਿੰਸਲੀ ਸਟੇਟ ਸੀ ਨਾ, ਉਹ ਕੀ ਸੀਗੇ, ਕਾਫੀ ਅੰਗਰੇਜ਼ਾਂ ਦੇ ਪਿੱਠਲੱਗੂ ਕਹਿ ਲਓ, ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਬਣਦੀ ਸੀ। ਤੇ ਉਹ ਕਹਿੰਦੇ ਆਪਾਂ ਸਾਰੇ ਨੂੰ ਇੱਕ ਯੂਨਿਟ ਬਣਾ ਲਈਏ, ਫੈਡਰੇਸ਼ਨ ਬਣਾ ਲਈਏ, ਫਿਰ ਅਸੀਂ ਇੰਡੀਅਨ ਕਾਂਗਰਸ ਦੇ ਖਿਲਾਫ ਇਨ ਪ੍ਰਿੰਸਲੀ ਸਟੇਟ ਨੂੰ ਯੂਜ਼ ਕਰਾਂਗੇ। ਇਹ ਕਾਰਨ ਸੀਗਾ ਜੀ। ਡੀ ਆਂਸਰ ਹੈ ਜੀ। ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਐਟ ਦਾ ਟਾਈਮ ਆਫ ਪਾਰਟੀਸ਼ਨ ਆਫ ਇੰਡੀਆ ਵਾਜ਼। ਦੱਸੋ ਜੀ, ਜਦੋਂ ਦੇਸ਼ ਦਾ ਬਟਵਾਰਾ ਹੋਇਆ, ਠੀਕ, ਤਾਂ ਉਸ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ? ਬਟਵਾਰਾ ਹੋਇਆ, ਭਾਰਤ ਆਜ਼ਾਦ ਹੋਇਆ, ਇਹ ਸੀ ਜੀ JB ਕ੍ਰਿਪਲਾਨੀ। ਪਹਿਲਾਂ ਵੀ ਆਇਆ ਜੀ JB ਕ੍ਰਿਪਲਾਨੀ। ਵਿਦ ਰੈਫਰੈਂਸ ਟੂ ਕਲੋਨੀਅਲ ਪੀਰੀਅਡ ਆਫ ਇੰਡੀਅਨ ਹਿਸਟਰੀ, ਦੇਖੋ ਜੀ, ਮੈਚ ਦਾ ਲਿਸਟ 1 ਪਰਸਨਸ ਦਿੱਤੇ ਗਏ ਆ, ਵਿਦ ਲਿਸਟ 2 ਘਟਨਾਵਾਂ ਇਵੈਂਟ ਦਿੱਤੀਆਂ ਗਈਆਂ, ਤੇ ਆਪਾਂ ਕਰੈਕਟ ਕੋਡ ਲੱਭਣਾ ਜੀ। ਦੇਖਦੇ ਹਾਂ ਜੀ। ਮੈਕਡੋਨਲ, ਰੈਮਸੇ ਮੈਕਡੋਨਲ, ਦੇਖੋ ਜੀ, ਡਾਕਟਰੀਨ ਆਫ ਲੈਫਟ ਕਮਿਊਨਲ ਅਵਾਰਡ, ਰੈਮਸੇ ਮੈਕਡੋਨਲ ਨੇ ਕਮਿਊਨਲ ਅਵਾਰਡ ਦਿੱਤਾ ਸੀ, ਪੜ੍ਹਿਆ ਸੀ। ਇਹ ਦਾ ਹੋ ਗਿਆ ਦੂਜਾ, ਦੇਖੋ ਜੀ ਇਹ ਦਾ ਦੂਜਾ ਕਿੱਥੇ ਆ ਜੀ, C ਤੇ D ਵਿੱਚ ਆਂਸਰ ਆ, ਆਹ ਦੋਵਾਂ ਨੂੰ ਚੱਕ ਲਓ। ਅੱਛਾ, ਲਿਥਗੋ, ਡਾਕਟਰੀਨ ਆਫ ਲੈਫਟ ਅਗਸਤ ਆਫਰ, ਪਤਾ ਨਹੀਂ ਸਾਨੂੰ। ਡਲਹੌਜੀ, ਇਹ ਪਤਾ ਜੀ, ਡਾਕਟਰੀਨ ਆਫ ਲੈਫਟ, C ਦਾ ਪਹਿਲਾ, ਆ ਦੇਖੋ ਆਂਸਰ ਹੋ ਗਿਆ ਜੀ ਆਹ ਵਾਲਾ। ਐਕਸਕਲੂਜ਼ਨ ਮੈਥਡ ਨਾਲ ਆਪਾਂ ਆਂਸਰ ਕੱਢ ਲਿਆ। B ਦਾ ਤੀਜਾ ਹੈ ਜੀ ਲਿਥਗੋ,
ਅਗਸਤ ਆਫਰ ਲੈ ਕੇ ਆਇਆ ਸੀ, ਉਸ ਦੇ ਸਮੇਂ ਅਗਸਤ ਆਫਰ ਆਇਆ ਸੀ। ਕੈਲਮਫੋਰਡ ਡੀ ਦਾ ਚੌਥਾ, ਆ ਵੀ ਠੀਕ ਆ। ਮੌਂਟਾਗੋ ਕੈਲਮਫੋਰਡ ਰਿਫਾਰਮ 1919 ਵਾਲਾ, ਉਹਦੇ ਵਿੱਚ ਡਾਇਆਰਕੀ ਆਈ ਸੀ, ਇਹ ਵੀ ਤੁਹਾਨੂੰ ਪਤਾ ਹੈ ਜੀ। ਡੀ ਦਾ ਚੌਥਾ ਆਂਸਰ ਹੋ ਗਿਆ ਜੀ ਸੀ। ਡਿਊਰਿੰਗ ਦਾ ਇੰਡੀਅਨ ਫਰੀडम ਸਟਰਗਲ ਦਾ ਖੁਦਾਈ ਖਿਦਮਤਗਾਰਸ, ਜਿਨ੍ਹਾਂ ਨੂੰ ਰੈੱਡ ਸ਼ਰਟ ਵੀ ਕਿਹਾ ਜਾਂਦਾ ਸੀ, ਇਹਨਾਂ ਨੂੰ ਰੈੱਡ ਸ਼ਰਟ ਕਿਉਂ ਕਹਿੰਦੇ ਸੀ? ਆ ਕਾਲਡ ਫॉर, ਇਹਨਾਂ ਬਾਰੇ ਗੱਲ ਹੈ ਜੀ। ਕੌਣ ਸੀ ਇਹ ਸੀ ਜੀ ਡੀ ਆਂਸਰ ਹੈ ਜੀ। ਦਾ ਪਠਾਨ ਰੀਜਨਲ ਨੈਸ਼ਨਲਿਸਟ ਯੂਨਿਟੀ ਐਂਡ ਏ ਸਟਰਗਲ ਅਗੇਂਸਟ ਕੋਲੋਨੀਅਲਿਜ਼ਮ, ਠੀਕ ਹੈ ਨਾ। ਜਿਹੜੇ ਪਠਾਨ ਲੋਕ ਸੀ ਉਹਨਾਂ ਦਾ ਗਰੁੱਪ ਸੀ ਜੀ ਇਹ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ, ਕਲੋਨੀਅਲਿਜ਼ਮ ਦੇ ਖਿਲਾਫ ਲੜ ਰਹੇ ਸੀ। ਇਹਨਾਂ ਦਾ ਹੈਡ ਕੌਣ ਸੀ ਜੀ? ਖੁਦਾਈ ਖਿਦਮਤਕਾਰਾਂ ਦਾ ਹੈਡ ਕੌਣ ਸੀ? ਖਾਨ ਅਬਦੁਲ ਗਫਾਰ ਖਾਨ। ਖੁਦਾਈ ਖਿਦਮਤਕਾਰਾਂ ਦਾ ਆਯੋਜਨ ਖਾਨ ਅਬਦੁਲ ਗਫਾਰ ਖਾਨ, ਜਿਸ ਨੂੰ ਫਰੰਟੀਅਰ ਗਾਂਧੀ ਵੀ ਕਿਹਾ ਜਾਂਦਾ ਸੀ, ਦੁਆਰਾ ਕੀਤਾ ਗਿਆ ਸੀ। ਖੁਦਾਈ ਖਿਦਮਤਕਾਰ ਦਾ ਸ਼ਾਬਦਿਕ ਅਨੁਵਾਦ ਹੈ ਖੁਦਾ ਦੀ ਖਿਦਮਤ ਕਰਨ ਵਾਲੇ, ਰੱਬ ਦੇ ਸੇਵਕ। ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪਸ਼ਤੂਨ ਕੌਣ ਆ ਜੀ? ਜਿਸ ਨੂੰ ਪਠਾਨ, ਪਖਤੂਨ ਜਾਂ ਅਫਗਾਨ ਵੀ ਕਿਹਾ ਜਾਂਦਾ ਹੈ, ਦੁਆਰਾ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਇੱਕ ਅਹਿੰਸਕ ਆਜ਼ਾਦੀ ਸੰਘਰਸ਼ ਦੀ ਨੁਮਾਇੰਦਗੀ ਕਰਦਾ ਹੈ ਜੀ। ਇਹ ਵੀ ਗੱਲ ਇੰਪੋਰਟੈਂਟ ਹੈ ਕਿ ਇਹ ਹਿੰਸਾਵਾਦੀ ਸੀ? ਨਹੀਂ, ਇਹ ਅਹਿੰਸਕ ਸੀ ਜੀ, ਗਾਂਧੀਵਾਦੀ ਸੀ। ਠੀਕ। ਅਸਰਸ਼ਨ ਹੈ ਜੀ। The effect of labor participation in the Indian nationalist upsurge of the early 1930 was weak। ਜਦੋਂ 1930 ਦੇ ਪਹਿਲੇ ਵਾਲੇ ਦਸ਼ਕਾਂ ਦੀ ਗੱਲ ਕਰੀਏ, ਉਸ ਵੇਲੇ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਸੀ ਕਾਂਗਰਸ ਦਾ, ਇੰਡੀਅਨ ਨੈਸ਼ਨਲ ਦਾ, ਉਹਦੇ ਵਿੱਚ ਲੇਬਰ ਦੀ ਪਾਰਟੀਸਿਪੇਸ਼ਨ ਬਹੁਤ ਘੱਟ ਸੀ, ਵੀਕ ਸੀ। ਇਹ ਗੱਲ ਸਹੀ ਹੈ ਜੀ, ਇਹ ਗੱਲ ਸਹੀ ਹੈ। ਲੇਬਰ ਦੀ ਪਾਰਟੀਸਿਪੇਸ਼ਨ ਵੀਕ ਸੀ, ਪਰ ਇਸ ਵੀਕ ਪਾਰਟੀਸਿਪੇਸ਼ਨ ਦਾ ਕੀ ਕਾਰਨ ਸੀ? The labor leaders considered the ideology of Indian National Congress as bourgeois and reactionary। ਕਾਰਨ ਵੀ ਸਹੀ ਹੈ ਜੀ। ਕਾਮਰੇਡਾਂ ਨੇ ਇਹ ਕਿਹਾ ਹੋਇਆ ਸੀ ਵੀ ਜਿਹੜੇ ਕਾਂਗਰਸ ਆ ਨਾ, ਉਹ ਬੁਰਜੂਆ ਆ, ਉਹ ਅੱਪਰ ਜਿਹੜੇ ਹੁੰਦੇ ਨਾ ਵਰਗ, ਉਹਨੂੰ ਰਿਪਰੈਜ਼ੈਂਟ ਕਰਦੀ ਆ, ਤੇ ਇਹ ਰਿਐਕਸ਼ਨਰੀ ਆ। ਠੀਕ, ਬੁਰਜੂਆ ਆ ਜੀ ਇਹ ਸਹੀ ਗੱਲ ਹੈ ਜੀ। ਆਰ ਰੀਜ਼ਨ ਵੀ ਸਹੀ ਹੈ, ਇਹ ਆਂਸਰ ਹੋ ਗਿਆ ਜੀ। ਮਜ਼ਦੂਰ ਆਗੂ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਕਾਂਗਰਸ ਨੂੰ ਬੁਰਜੁਆਜੀ ਅਤੇ ਪ੍ਰਤੀਕਿਰਿਆਵਾਦੀ ਸਮਝਦੇ ਸਨ, ਰਿਐਕਸ਼ਨਰੀ। ਇਸੇ ਕਰਕੇ ਭਾਰਤੀ ਰਾਸ਼ਟਰਵਾਦੀ ਉਭਾਰ ਵਿੱਚ ਉਹਨਾਂ ਦੀ ਭਾਗੀਦਾਰੀ ਸੀਮਤ ਸੀ, ਇੰਨੀ ਪਾਰਟੀਸਪੇਸ਼ਨ ਨਹੀਂ ਸੀ। ਰਿਐਕਸ਼ਨਰੀ ਹੁੰਦੀਆਂ ਜੀ ਇਹ ਆਈਡੀਓਲੋਜੀਆਂ ਹੁੰਦੀਆਂ, ਇਹ ਜਿੱਦਾਂ ਆਪਾਂ ਕਹਿ ਲਈਏ ਨਾ, ਲਿਬਰਲ ਆ, ਸੈਂਟਰਲਿਸਟ ਆ, ਲੈਫਟਿਸਟ ਆ, ਰਾਈਟਿਸਟ ਆ, ਉਸ ਹਿਸਾਬ ਨਾਲ ਹੁੰਦੇ ਜੀ ਇੱਕ ਰਿਐਕਸ਼ਨਰੀ। ਇਹ ਤੁਸੀਂ ਪੜ੍ਹਨੀ ਆਈਡੀਓਲੋਜੀ ਕੀ ਹੁੰਦੀ ਹੈ। The last opportunity to avoid the partition of India was, ਅੱਛਾ ਜੇ ਤੁਹਾਨੂੰ ਨਹੀਂ ਵੀ ਪਤਾ ਰਿਐਕਸ਼ਨਰੀ ਦਾ ਮਤਲਬ, ਤੁਹਾਨੂੰ ਬੁਰਜੂਆ ਦਾ ਮਤਲਬ ਤਾਂ ਪਤਾ ਕਿ ਹਾਂ ਵੀ ਇਹ ਕੰਮੀ ਲੋਕਾਂ ਦੀ ਹੱਕ ਗੱਲ ਨਹੀਂ ਹੋ ਰਹੀ, ਪ੍ਰੋਟੈਸਟੈਂਟ ਦੀ ਗੱਲ ਨਹੀਂ ਹੋ ਰਹੀ, ਇਹ ਬੁਰਜੂਆ ਮਤਲਬ ਸਮਾਜ ਦੇ ਅਮੀਰ ਲੋਕਾਂ ਦੀ ਗੱਲ ਕਰਦੇ ਆ। ਤੇ ਇੱਥੋਂ ਹੀ ਤੁਸੀਂ ਆਂਸਰ ਚੱਕ ਲੈਣਾ। The last opportunity to avoid the partition of India was lost with the rejection of, ਦੱਸੋ ਜੀ, ਪਾਰਟੀਸ਼ਨ ਆਫ ਇੰਡੀਆ, ਭਾਰਤ ਦੇ ਬਟਵਾਰੇ ਨੂੰ ਰੋਕਿਆ ਜਾ ਸਕਦਾ ਸੀ, ਇਹਦਾ ਆਖਰੀ ਅਵਸਰ ਕੀ ਸੀ ਜੀ? ਉਸ ਅਵਸਰ ਤੋਂ ਬਾਅਦ ਫਿਰ ਪਾਰਟੀਸ਼ਨ ਰੁਕੀ ਨਹੀਂ। ਇਹ ਸੀ ਜੀ ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ ਵਿੱਚ ਉਸ ਦੇ ਦੌਰਾਨ ਪਾਰਟੀਸ਼ਨ ਰੋਕੀ ਜਾ ਸਕਦੀ ਸੀ, ਪਰ ਕੈਬਨਿਟ ਮਿਸ਼ਨ ਨੂੰ ਰਿਜੈਕਟ ਕਰ ਦਿੱਤਾ ਗਿਆ, ਫਿਰ ਗੱਲ ਨਹੀਂ ਬਣੀ, ਕਿਉਂਕਿ ਕੈਬਨਿਟ ਮਿਸ਼ਨ ਵਿੱਚ ਪਾਰਟੀਸ਼ਨ ਦੀ ਗੱਲ ਨਹੀਂ ਸੀ। ਕੈਬਨਿਟ ਮਿਸ਼ਨ 1946 ਵਿੱਚ ਉਸਨੇ ਕੀ ਕਿਹਾ ਸੀ ਵੀ ਅੰਤਰਿਮ ਸਰਕਾਰ ਦੇ ਗਠਨ ਨਾਲ ਭਾਰਤ ਦੀ ਵੰਡ ਤੋਂ ਬਚਣ ਦਾ ਆਖਰੀ ਮੌਕਾ ਸੀ। ਕੈਬਨਿਟ ਮਿਸ਼ਨ ਵਿੱਚ ਇੰਟਰਿਮ ਗਵਰਨਮੈਂਟ ਦੀ ਗੱਲ ਹੋਈ ਸੀ ਵੀ ਇੰਟਰਿਮ ਮਤਲਬ ਅੰਤਰਿਮ ਸਰਕਾਰ ਬਣਾ ਲਓ ਤੇ ਬਟਵਾਰਾ ਨਹੀਂ ਕਰਨਾ, ਪਰ ਮੁਸਲਿਮ ਲੀਗ ਨੇ ਅੰਤਰਿਮ ਸਰਕਾਰ ਵਿੱਚ 78 ਵਿੱਚੋਂ 73 ਸੀਟਾਂ ਜਿੱਤਣ ਦੇ ਬਾਵਜੂਦ ਇਸ ਯੋਜਨਾ ਨੂੰ ਰੱਦ ਕਰ ਦਿੱਤਾ। ਕੈਬਨਿਟ ਮਿਸ਼ਨ ਨੂੰ ਰੱਦ ਕਰ ਦਿੱਤਾ ਸੀ, ਇਸ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਮੁਸਲਿਮ ਲੀਗ ਨੇ। ਉਹ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਹ ਜੋ ਸਕੀਮ ਬਣੀ ਸੀ ਉਸ ਸਕੀਮ ਦੇ ਵਿੱਚ ਉਹਨਾਂ ਨੇ ਪਾਲਣ ਹੀ ਨਹੀਂ ਕੀਤਾ, ਮੁਸਲਿਮ ਲੀਗ ਨੇ ਹਮੇਸ਼ਾ ਬਾਇਕਾਟ ਕੀਤਾ। ਫਿਰ ਐਂਡ 'ਚ ਕੀ ਆ, ਫਿਰ ਬਟਵਾਰਾ ਹੋ ਗਿਆ।
द ਮੈਂਬਰਸ ਆਫ ਦ ਕੌਂਸਟੀਟਿਊਟ ਅਸੈਂਬਲੀ ਵਿਚ ਡਰਾਫਟਡ ਦ ਕੌਂਸਟੀਟਿਊਸ਼ਨ ਆਫ ਇੰਡੀਆ ਵਰ। ਦੱਸੋ ਜੀ, ਸੰਵਿਧਾਨ ਸਭਾ ਦੇ ਜਿਹੜੇ ਮੈਂਬਰ ਸੀ ਜਿਨ੍ਹਾਂ ਨੇ ਸਾਡੇ ਲਈ ਸੰਵਿਧਾਨ ਬਣਾਇਆ ਸੀ, ਉਹ ਉਹਨਾਂ ਬਾਰੇ ਗੱਲ ਹੋ ਰਹੀ ਹੈ ਜੀ। ਦੇ ਵਰ ਨੋਮੀਨੇਟਡ ਬਾय ਦ ਬ੍ਰਿਟਿਸ਼ ਪਾਰਲੀਮੈਂਟ, ਨਹੀਂ ਇਹ ਤਾਂ ਹੈ ਨਹੀਂ ਗੀ ਜੀ। ਨੋਮੀਨੇਟਡ ਬਾय ਦ ਗਵਰਨਰ ਜਨਰਲ, ਨਹੀਂ ਜੀ ਇਹ ਵੀ ਗੱਲ ਹੈ ਨਹੀਂ। ਇਲੈਕਟਡ ਬਾय ਦ ਲੈਜਿਸਲੇਟਿਵ ਅਸੈਂਬਲੀਜ਼ ਆਫ ਵੇਰੀਅਸ ਪ੍ਰੋਵਿੰਸਸ, ਹਾਂ ਇਹ ਤੁਸੀਂ ਗੱਲ ਪੜ੍ਹੀ ਆ ਕਿ ਕੌਂਸਟੀਟਿਊਟ ਅਸੈਂਬਲੀ ਦੇ ਬੰਦੇ ਸੀ ਜਿਹੜੇ ਉਹ ਪ੍ਰੋਵਿੰਸਸ ਤੋਂ ਇਲੈਕਟ ਹੋ ਕੇ ਆਏ ਸੀ ਤੇ ਪ੍ਰਿੰਸਲੀ ਸਟੇਟ ਤੋਂ ਨੋਮੀਨੇਟ ਹੋ ਕੇ ਆਏ ਸੀ, ਇਸ ਲਈ ਸੀ ਆਂਸਰ ਸਹੀ ਹੈ ਜੀ। ਇਲੈਕਟਡ ਬਾय ਦ ਇੰਡੀਅਨ ਨੈਸ਼ਨਲ ਕਾਂਗਰਸ ਐਂਡ ਮੁਸਲਿਮ ਲੀਗ, ਨਹੀਂ ਜੀ ਉਹ MLA ਦੁਆਰਾ ਪ੍ਰੋਵਿੰਸ਼ੀਅਲ ਅਸੈਂਬਲੀ ਤੋਂ ਪ੍ਰੋਵਿੰਸਸ ਤੋਂ ਇਲੈਕਟ ਹੋ ਕੇ ਆਏ ਸੀ ਜੀ ਤੇ ਪ੍ਰਿੰਸਲੀ ਸਟੇਟ ਤੋਂ ਨੋਮੀਨੇਟ ਹੋ ਕੇ ਆਏ ਸੀ, ਸੀ ਆਂਸਰ ਆ। ਹੂ ਹੈਡਡ ਦਾ ਇੰਟਰਿਮ ਕੈਬਨਿਟ ਫਾਰਮਡ ਇਨ ਦਾ ਈਅਰ 1946, ਦੱਸੋ ਜੀ 1946 ਵਿੱਚ ਜਿਹੜੀ ਅੰਤਰਿਮ ਸਰਕਾਰ ਬਣੀ ਸੀ ਉਹਦਾ ਹੈਡ ਕੌਣ ਸੀ ਜੀ? ਉਹਦਾ ਹੈਡ ਸੀ ਜੀ ਨਹਿਰੂ, ਜਵਾਹਰ ਲਾਲ ਨਹਿਰੂ। ਕੈਬਨਿਟ ਮਿਸ਼ਨ ਪ੍ਰਸਤਾਵ ਅਨੁਸਾਰ 2 ਸਤੰਬਰ 1946 ਨੂੰ ਅੰਤਰਿਮ ਸਰਕਾਰ ਬਣਾਈ ਗਈ ਸੀ। ਇਸ ਦੀ ਅਗਵਾਈ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਦ ਲੀਡਰ ਆਫ ਦਾ ਬਰਦੋਲੀ ਸੱਤਿਆਗ੍ਰਹਿ ਪਾਸ, ਦੱਸੋ ਜੀ ਗੁਜਰਾਤ ਵਿੱਚ ਬਰਦੋਲੀ ਸੱਤਿਆਗ੍ਰਹਿ ਹੋਇਆ ਸੀ 1928 ਵਿੱਚ, ਉਹਦਾ ਲੀਡਰ ਕੌਣ ਸੀ ਜੀ? ਉਹ ਸੀ ਜੀ ਸਰਦਾਰ ਵੱਲਭ ਭਾਈ ਪਟੇਲ। ਤੇ ਇਸ ਅੰਦੋਲਨ ਦੌਰਾਨ ਉੱਥੋਂ ਦੀਆਂ ਔਰਤਾਂ ਨੇ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਖਿਤਾਬ ਦਿੱਤਾ ਸੀ। ਇਹ ਪ੍ਰਸ਼ਨ ਆ ਸਕਦਾ ਕਿ ਕਿਸ ਅੰਦੋਲਨ ਵਿੱਚ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਖਿਤਾਬ ਦਿੱਤਾ ਗਿਆ, ਉਪਾਧੀ ਦਿੱਤੀ ਗਈ? ਬਰਦੋਲੀ ਸੱਤਿਆਗ੍ਰਹਿ। ਗੁਜਰਾਤ ਰਾਜ ਵਿੱਚ 1928 ਦਾ ਬਾਰਡੋਲੀ ਸੱਤਿਆਗ੍ਰਹਿ ਵੱਲਭ ਭਾਈ ਪਟੇਲ ਦੀ ਅਗਵਾਈ ਵਿੱਚ ਹੋਇਆ ਸੀ। ਬਾਰਡੋਲੀ ਦੀਆਂ ਔਰਤਾਂ ਨੇ ਉਸ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ। ਅਗਲਾ ਪ੍ਰਸ਼ਨ ਅਸਰਸ਼ਨ ਹੈ ਜੀ, ਇਨ 1916 ਮੌਲਾਨਾ ਮੁਹੰਮਦ ਅਲੀ ਐਂਡ ਅਬੁਲ ਕਲਾਮ ਆਜ਼ਾਦ ਰਿਜ਼ਾਈਨਡ ਫਰੋਮ ਦਾ ਲੈਜਿਸਲੇਟਿਵ ਕੌਂਸਲ, ਵੀ ਇਹਨਾਂ ਦੋਵਾਂ ਨੇ ਲੈਜਿਸਲੇਟਿਵ ਕੌਂਸਲ ਤੋਂ ਰਿਜ਼ਾਈਨ ਕਰਤਾ, ਪਰ ਕੀ ਇਹ 1916 ਵਿੱਚ ਕੀਤਾ? ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ। The Rowlatt Act was passed by the government in spite of being opposed by all Indian members of the Legislative Council। ਇਹ ਗੱਲ ਹੈ ਜੀ, ਸਾਰੇ ਬੰਦਿਆਂ ਨੇ ਲੈਜਿਸਲੇਟਿਵ ਕੌਂਸਲ ਵਿੱਚ ਰੌਲਟ ਐਕਟ ਦਾ ਵਿਰੋਧ ਕੀਤਾ ਸੀ, ਪਰ ਫਿਰ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ ਸੀ। ਇਹ ਸਹੀ ਹੈ ਜੀ, ਆਹ ਉੱਪਰ ਵਾਲਾ ਸਹੀ ਨਹੀਂ ਹੈ ਕਿਉਂਕਿ ਆਹ ਸਨ ਗਲਤ ਆ, ਠੀਕ ਹੈ ਜੀ। ਇਹ ਫਾਲਸ, ਆਰ ਇਜ਼ ਟਰੂ। ਦੇਖੋ ਰੌਲਟ ਐਕਟ ਮਾਰਚ 1919 ਵਿੱਚ ਪਾਸ ਕੀਤਾ ਗਿਆ ਸੀ। ਇਸ ਐਕਟ ਨੇ ਸਰਕਾਰ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾਂ ਮੁਕੱਦਮੇ ਅਤੇ ਅਦਾਲਤ ਵਿੱਚ ਦੋਸ਼ੀ ਠਹਿਰਾਏ ਬਿਨਾਂ ਕੈਦ ਕਰਨ ਦਾ ਅਧਿਕਾਰ ਦਿੱਤਾ ਸੀ। ਇਹ ਬੜਾ ਡਰੈਕੋਨੀਅਨ ਲਾਅ ਸੀ ਜੀ, ਜ਼ਾਲਮਾਨਾ ਕਾਨੂੰਨ ਸੀ। ਇਸ ਵਿੱਚ ਕਿਸੇ ਨੂੰ ਬਿਨਾਂ ਮੁਕੱਦਮੇ ਤੇ ਬਿਨਾਂ ਅਦਾਲਤ ਵਿੱਚ ਦੋਸ਼ੀ ਠਹਿਰਾਏ ਕੈਦ ਕੀਤਾ ਜਾ ਸਕਦਾ ਸੀ, ਸ਼ੱਕ ਦੇ ਆਧਾਰ ਤੇ ਵੀ ਕੈਦ ਕੀਤਾ ਜਾ ਸਕਦਾ ਸੀ। ਤੇ ਇਸ ਦਾ ਸਾਰਿਆਂ ਨੇ ਵਿਰੋਧ ਕੀਤਾ ਸੀ, ਭਾਰਤੀ ਜਿਹੜੇ ਸੀਗੇ ਕੌਂਸਲ ਦੇ ਮੈਂਬਰਾਂ ਨੇ, ਪਰ ਫਿਰ ਵੀ ਇਹ ਐਕਟ ਪਾਸ ਹੋ ਗਿਆ ਸੀ। ਫਿਰ ਇਸ ਦੇ ਖਿਲਾਫ ਗਾਂਧੀ ਜੀ ਨੇ ਤੇ ਹੋਰਾਂ ਨੇ ਕਾਫੀ ਵਿਰੋਧ ਕੀਤਾ ਸੀ ਆਲ ਇੰਡੀਆ ਲੈਵਲ ਵਿੱਚ। ਮੌਲਾਨਾ ਮੁਹੰਮਦ ਅਲੀ ਅਤੇ ਅਬੁਲ ਕਲਾਮ ਆਜ਼ਾਦ ਨੇ 1916 ਵਿੱਚ ਨਹੀਂ ਸਗੋਂ 1919 ਵਿੱਚ ਖਿਲਾਫਤ ਅੰਦੋਲਨ ਦੌਰਾਨ ਵਿਧਾਨ ਪਰਿਸ਼ਦ ਤੋਂ ਅਸਤੀਫਾ ਦਿੱਤਾ ਸੀ। ਖਿਲਾਫਤ ਅੰਦੋਲਨ ਦੌਰਾਨ ਦਿੱਤਾ ਸੀ ਜੀ ਅਸਤੀਫਾ, ਇਸ ਲਈ ਪਹਿਲਾ ਪੁਆਇੰਟ ਗਲਤ ਹੋ ਗਿਆ। With reference to the Indian freedom struggle, which one of the following statements is not correct? Not correct ਆਪਾਂ ਲੱਭਣੀ ਹੈ। The Rowlatt Act aroused a wave of popular indignation and led to the Jallianwala Bagh massacre। Rowlatt Act ਦੇ ਖਿਲਾਫ ਕਾਫੀ ਮੁਜ਼ਾਹਰੇ ਹੋਏ, ਫਿਰ ਇੰਨੇ ਵਿਰੋਧ ਹੋਇਆ ਕਿ ਬਾਅਦ ਵਿੱਚ ਜਾ ਕੇ ਜਲਿਆਂਵਾਲਾ ਬਾਗ ਵਿੱਚ ਕਤਲੇਆਮ ਹੋ ਗਿਆ ਸੀ। ਅੰਗਰੇਜ਼ਾਂ ਨੇ ਗੋਲੀਆਂ ਚਲਾ ਕੇ ਕਾਫੀ ਲੋਕ ਮਾਰ ਦਿੱਤੇ ਸੀ। ਇਹ ਕਾਰਨ ਸਹੀ ਲੱਗਦਾ ਜੀ, ਇਹ ਗੱਲ ਸਹੀ ਲੱਗਦੀ ਹੈ। ਸੁਭਾਸ਼ ਚੰਦਰ ਬੋਸ ਫਾਰਮ ਦਾ ਫਾਰਵਰਡ ਬਲਾਕ, ਇਹ ਵੀ ਅਸੀਂ ਪੜ੍ਹਿਆ ਕਿ ਕਾਂਗਰਸ ਦੇ ਅੰਦਰ ਹੀ ਫਾਰਵਰਡ ਬਲਾਕ ਬਣਾਇਆ ਗਿਆ ਸੀ ਸੁਭਾਸ਼ ਚੰਦਰ ਬੋਸ ਦੁਆਰਾ, ਠੀਕ ਹੈ ਜੀ। ਭਗਤ ਸਿੰਘ ਵਾਸ ਵਨ ਆਫ ਦਾ ਫਾਊਂਡਰਸ ਆਫ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਇਹ ਵੀ ਅਸੀਂ ਪੜ੍ਹਿਆ ਕਿ ਪਹਿਲਾਂ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਸੀ, ਉਹਦੇ ਵਿੱਚ ਸੋਸ਼ਲਿਸਟ ਸ਼ਬਦ ਐਡ ਕੀਤਾ ਗਿਆ।
ਤੇ ਭਗਤ ਸਿੰਘ ਤੇ ਉਹਨਾਂ ਦੇ ਹੋਰ ਕ੍ਰਾਂਤੀਕਾਰੀਆਂ ਦੁਆਰਾ ਦਿੱਲੀ ਦੇ ਕੋਟਲਾ ਮੈਦਾਨ ਵਿੱਚ, ਫਿਰੋਜ਼ ਸ਼ਾਹ ਕੋਟਲਾ ਜਿਹੜਾ ਅੱਜ ਹੁਣ ਕ੍ਰਿਕਟ ਦਾ ਸਟੇਡੀਅਮ ਹੈ ਕਿੱਡਾ ਵੱਡਾ, ਦਿੱਲੀ ਦੇ ਕੋਟਲਾ ਮੈਦਾਨ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। In 1931, the Congress session at Karachi opposed the Gandhi-Irwin Pact। ਨਹੀਂ, ਇਹਨਾਂ ਨੇ ਗਾਂਧੀ ਤੇ ਇਰਵਿਨ ਪੈਕਟ ਨੂੰ ਅਪੋਜ਼ ਨਹੀਂ ਸੀ ਕੀਤਾ, ਸਗੋਂ ਅੰਡੋਰਸ ਕੀਤਾ ਸੀ। ਇਸੇ ਲਈ ਕਰਾਚੀ ਸੈਸ਼ਨ ਬੁਲਾਇਆ ਗਿਆ ਸੀ। ਠੀਕ ਹੈ ਜੀ, ਇਹ ਪੁਆਇੰਟ ਹੋ ਗਿਆ ਗਲਤ। ਆਨਸਰ ਹੈ ਜੀ ਡੀ। 1931 ਵਿੱਚ ਕਰਾਚੀ ਵਿੱਚ ਕਾਂਗਰਸ ਦੇ ਸੈਸ਼ਨ ਨੇ ਗਾਂਧੀ ਇਰਵਿਨ ਸਮਝੌਤੇ ਦਾ ਸਮਰਥਨ ਕੀਤਾ ਸੀ, ਵਿਰੋਧ ਨਹੀਂ ਸੀ ਕੀਤਾ। ਇਸ ਦੀ ਪ੍ਰਧਾਨਗੀ ਵੱਲਭ ਭਾਈ ਪਟੇਲ ਨੇ ਕੀਤੀ ਸੀ। ਇਹ ਵੀ ਪੁਆਇੰਟ ਇੰਪੋਰਟੈਂਟ ਆ। ਜਿਹੜਾ ਕਰਾਚੀ ਸੈਸ਼ਨ ਸੀ 1931 ਵਾਲਾ, ਉਹਦੀ ਪ੍ਰਧਾਨਗੀ ਕਿਹਨਾਂ ਨੇ ਕੀਤੀ ਸੀ? ਵੱਲਭ ਭਾਈ ਪਟੇਲ ਨੇ। ਇੰਪੋਰਟੈਂਟ ਆ ਜੀ ਪੁਆਇੰਟ। An important aspect of the Cripps mission of 1942 was, ਦੱਸੋ ਜੀ। 1942 ਵਾਲਾ ਕ੍ਰਿਪਸ ਮਿਸ਼ਨ ਆਇਆ ਸੀ, ਉਹਦੇ ਬਾਰੇ ਗੱਲ ਹੋ ਰਹੀ ਹੈ ਜੀ, ਵੀ ਕਿਹੜੀ ਗੱਲ ਇਹਦੇ ਵਿੱਚ ਸੀਗੀ। ਪੜ੍ਹ ਲੈਂਦੇ ਆ। That all Indian states should join the Indian Union as a condition to consider any degree of autonomy for India। ਸਾਰਿਆਂ ਇੰਡੀਅਨ ਸਟੇਟਸ ਨੇ ਇੰਡੀਅਨ ਯੂਨੀਅਨ ਨੂੰ ਜੁਆਇਨ ਕਰਨਾ। ਨਹੀਂ, ਅਸੀਂ ਪੜ੍ਹਿਆ ਸੀਗਾ ਕਿ ਇੰਡੀਅਨ ਸਟੇਟ ਉੱਤੇ ਇਹ ਗੱਲ ਸੀਗੀ ਕਿ ਜਾਂ ਤਾਂ ਉਹ ਪਾਕਿਸਤਾਨ ਨੂੰ ਜੁਆਇਨ ਕਰ ਲਓ, ਜਾਂ ਇੰਡੀਆ ਨੂੰ ਜੁਆਇਨ ਕਰ ਲਓ, ਜਾਂ ਇੰਡੀਪੈਂਡੈਂਟ ਰਹਿ ਲਓ। ਸਾਰਿਆਂ ਉੱਤੇ ਇਹ ਕੰਡੀਸ਼ਨ ਨਹੀਂ ਸੀ ਕਿ ਤੁਸੀਂ ਇੰਡੀਆ ਨੂੰ ਜੁਆਇਨ ਕਰੋ। ਛੱਡੋ ਬੜਾ, ਆਹ ਪੁਆਇੰਟ ਛੱਡ ਦਿਓ। The creation of an Indian Union with Dominion status, ਹਾਂਜੀ ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਸੀ। Very soon after the end of Second World War, ਹਾਂ ਦੂਸਰੀ ਵਿਸ਼ਵ ਯੁੱਧ ਤੋਂ ਬਾਅਦ ਤੁਹਾਨੂੰ ਡੋਮੀਨੀਅਨ ਸਟੇਟਸ ਮਿਲ ਜਾਏਗਾ, ਇਹ ਗੱਲ ਸੀਗੀ। ਚਲੋ 2 ਪੁਆਇੰਟ ਹੋਰ ਪੜ੍ਹ ਲੈਂਦੇ ਆ। The active participation and cooperation of the Indian people, communities and political parties in the British war efforts as a condition for granting independence with full sovereign status to India after the war। ਨਹੀਂ, ਉਹਨਾਂ ਨੇ ਇੰਡੀਪੈਂਡੈਂਸ ਦੀ ਗੱਲ ਨਹੀਂ ਸੀ ਕੀਤੀ ਵੀ ਤੁਹਾਨੂੰ ਆਜ਼ਾਦੀ ਤੋਂ, ਤੁਹਾਨੂੰ ਜੰਗ ਤੋਂ ਬਾਅਦ ਆਜ਼ਾਦੀ ਮਿਲ ਜਾਏਗੀ, ਤੁਹਾਨੂੰ ਫੁੱਲ ਸੋਵਰਨ ਸਟੇਟਸ ਮਿਲ ਜਾਏਗਾ। ਨਹੀਂ, ਇਹ ਗੱਲ ਨਹੀਂ ਸੀ ਕੀਤੀ, ਡੋਮੀਨੀਅਨ ਸਟੇਟਸ ਦੀ ਗੱਲ ਕੀਤੀ ਸੀ। The framing of a constitution for the entire Indian Union, ਸਾਰੇ ਲਈ ਇੱਕ ਸੰਵਿਧਾਨ ਬਣੇਗਾ। With no separate constitution for any province, ਕੋਈ ਪ੍ਰੋਵਿੰਸ ਲਈ ਅਲੱਗ constitution ਨਹੀਂ ਹੋਏਗਾ। And a union constitution to be acceptable by all provinces, ਨਹੀਂ ਸਾਰੀਆਂ provinces ਵਿੱਚ ਉੱਤੇ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਕਿ ਤੁਹਾਨੂੰ ਇੱਕ ਸੰਵਿਧਾਨ ਮਿਲੇਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੀਨ ਆਹ ਗੱਲ ਆ ਜੀ ਡੋਮੀਨੀਅਨ ਸਟੇਟਸ ਵਾਲੀ, ਬੀ ਆਂਸਰ ਆ। When Congress leaders condemned the Montagu-Chelmsford reform ਜਾਂ report, 1918 ਵਾਲੀ Montagu-Chelmsford ਰਿਫਾਰਮ ਰਿਪੋਰਟ ਦਾ ਜਦੋਂ ਕਾਂਗਰਸ ਨੇ ਵਿਰੋਧ ਕੀਤਾ, ਕੰਡੈਮਡ ਕੀਤਾ, ਨਿੰਦਾ ਕੀਤੀ, many moderates left the party to form the, ਦੱਸੋ ਜੀ। ਉਸ ਵਿੱਚ ਕਈ ਨਰਮ ਦਲੀਆਂ ਨੇ ਪਾਰਟੀ ਛੱਡਤੀ ਤੇ ਉਹਨਾਂ ਨੇ ਕਿਹੜੀ ਪਾਰਟੀ ਬਣਾਈ ਸੀ ਜੀ? ਉਸ ਵੇਲੇ ਮੋਡਰੇਟਸ ਨੇ, ਨਰਮ ਦਲੀਆਂ ਨੇ ਇੰਡੀਅਨ ਲਿਬਰਲ ਫੈਡਰੇਸ਼ਨ ਬਣਾਈ ਸੀ। ਇੰਡੀਅਨ ਲਿਬਰਲ ਫੈਡਰੇਸ਼ਨ, ਡੀ ਆਂਸਰ ਆ ਜੀ। ਜਦੋਂ ਕਾਂਗਰਸ ਨੇਤਾਵਾਂ ਨੇ ਮੌਂਟੈਗੂ ਚੈਮਸਫੋਰਡ ਰਿਪੋਰਟ, ਜੁਲਾਈ 1918 ਦੀ ਗੱਲ ਹੋ ਰਹੀ ਹੈ ਜੀ, ਉਸ ਨੂੰ ਕੰਡੈਮ ਕੀਤਾ, ਉਸ ਦੀ ਨਿੰਦਾ ਕੀਤੀ, ਤਾਂ ਸੁਰਿੰਦਰ ਨਾਥ ਬੈਨਰਜੀ, ਆ ਨਾਮ ਵੀ ਯਾਦ ਰੱਖਣਾ ਜੀ, ਸੁਰਿੰਦਰ ਨਾਥ ਬੈਨਰਜੀ ਦੀ ਅਗਵਾਈ ਵਿੱਚ ਬਹੁਤ ਸਾਰੇ ਮੱਧਵਰਤੀ ਲੋਕਾਂ ਨੇ, ਨਰਮ ਦਲੀਆਂ ਨੇ, ਮੋਡਰੇਟਸ ਨੇ 1919 ਵਿੱਚ ਭਾਰਤੀ ਲਿਬਰਲ ਫੈਡਰੇਸ਼ਨ ਬਣਾਉਣ ਲਈ ਪਾਰਟੀ ਛੱਡਤੀ। ਉਹਨਾਂ ਨੇ ਪਾਰਟੀ ਛੱਡਤੀ ਤੇ ਆਪਣੀ ਇੱਕ ਪਾਰਟੀ, ਭਾਰਤੀ ਲਿਬਰਲ ਫੈਡਰੇਸ਼ਨ ਬਣਾ ਲਈ। Consider the following statements. Some of the features of the Government of India Act 1935 were the, ਦੱਸੋ ਜੀ। 1935 ਵਾਲੇ ਗਵਰਨਮੈਂਟ ਆਫ ਇੰਡੀਆ ਐਕਟ ਦੀ ਕੁਝ ਫੀਚਰਸ ਦਿੱਤੀਆਂ ਗਈਆਂ ਜੀ, ਆਪਾਂ ਦੇਖਣਾ ਕਿ ਇਹਨਾਂ ਤਿੰਨਾਂ ਵਿੱਚੋਂ ਕਿਹੜੀਆਂ ਕਰੈਕਟ ਆ। Abolition of diarchy in the governors provinces, ਗਵਰਨਰਸ ਪ੍ਰੋਵਿੰਸਸ, ਇਹ ਤੁਸੀਂ ਯਾਦ ਰੱਖਣਾ। 1919 ਵਿੱਚ ਪ੍ਰੋਵਿੰਸਸ ਦੇ ਵਿੱਚ ਡਾਇਆਰਕੀ ਆਈ ਸੀ ਤੇ 1935 ਵਾਲੇ ਐਕਟ ਵਿੱਚ ਪ੍ਰੋਵਿੰਸਸ ਤੋਂ ਡਾਇਆਰਕੀ ਹਟਾ ਕੇ ਸੈਂਟਰ ਤੇ ਡਾਇਆਰਕੀ ਆ ਗਈ ਸੀ। ਇਹ ਗੱਲ ਸਹੀ ਹੈ ਜੀ, ਡਾਇਆਰਕੀ ਦੀ ਅਬੋਲਿਸ਼ਨ ਹੋ ਗਈ ਸੀ ਗਵਰਨਰਸ ਤੇ ਪ੍ਰੋਵਿੰਸਸ ਤੋਂ, ਇਹ ਸਹੀ ਹੈ ਜੀ। ਆ ਚੱਕ ਦੋ। ਪਾਵਰ ਆਫ ਦਾ ਗਵਰਨਰਸ ਟੂ ਵੀਟੋ ਲੈਜਿਸਲੇਟਿਵ ਐਕਸ਼ਨ ਐਂਡ ਟੂ ਲੈਜਿਸਲੇਟ ਔਨ ਦੇਅਰ ਓਨ, ਇਹ ਵੀ ਗੱਲ ਹੈ ਕਿ ਗਵਰਨਰ ਦੇ ਕੋਲ ਪਾਵਰ ਸੀ ਕਿ ਉਹ ਵੀਟੋ ਕਰ ਸਕਦਾ ਸੀ, ਕਿਸੇ ਵੀ ਲੈਜਿਸਲੇਟਿਵ ਐਕਸ਼ਨ ਨੂੰ ਵੀਟੋ ਕਰ ਸਕਦਾ ਸੀ, ਇਹ ਗੱਲ ਸਹੀ ਹੈ।
ਅਬੋਲਿਸ਼ਨ ਆਫ ਦਾ ਪ੍ਰਿੰਸੀਪਲ ਆਫ ਕਮਿਊਨਲ ਰਿਪਰੈਜ਼ੈਂਟੇਸ਼ਨ। ਦੇਖੋ 1909 ਵਾਲੇ ਐਕਟ ਵਿੱਚ ਕਮਿਊਨਲ ਰਿਪਰੈਜ਼ੈਂਟੇਸ਼ਨ ਆਈ ਤੇ ਮੁਸਲਿਮ ਨੂੰ ਸੈਪਰੇਟ ਇਲੈਕਟੋਰੇਟ ਮਿਲਿਆ, ਠੀਕ ਹੈ ਜੀ। 1919 ਵਾਲੇ ਐਕਟ ਵਿੱਚ ਕਮਿਊਨਲ ਆਪਣੀ ਰਿਪਰੈਜ਼ੈਂਟੇਸ਼ਨ ਹੋਰ ਵਧੀ, ਤਾਂ ਫਿਰ ਸਿੱਖਾਂ ਨੂੰ, ਤੁਹਾਡੇ ਆਪਣੇ ਕ੍ਰਿਸਚਨ ਨੂੰ, ਐਂਗਲੋ ਇੰਡੀਅਨਸ ਨੂੰ, ਯੂਰੋਪੀਅਨਸ ਨੂੰ, ਇਹਨਾਂ ਨੂੰ ਵੀ ਅਲੱਗ ਤੌਰ ਤੇ ਰਿਪਰੈਜ਼ੈਂਟੇਸ਼ਨ ਮਿਲੀ। ਤੇ 1935 ਵਾਲੇ 'ਚ ਕਮਿਊਨਲ ਰਿਪਰੈਜ਼ੈਂਟੇਸ਼ਨ ਰੱਦ ਨਹੀਂ ਸੀ ਹੋਈ, ਸਗੋਂ ਔਰਤਾਂ ਤੇ ਮਜ਼ਦੂਰਾਂ ਨੂੰ ਵੀ ਮਿਲ ਗਈ ਸੀ। ਇਸ ਕਰਕੇ ਅਬੋਲਿਸ਼ਨ ਹੋਈ ਨਹੀਂ। ਵੈਸੇ ਵੀ ਅਬੋਲਿਸ਼ਨ ਐਕਸਟ੍ਰੀਮ ਵਰਡ ਆ, ਇਹ ਗੱਲ ਗਲਤ ਆ ਜੀ। ਤੀਸਰਾ ਪੁਆਇੰਟ ਹੋ ਗਿਆ ਗਲਤ। ਆਂਸਰ ਆ ਜੀ ਤੁਹਾਡਾ 1 and 2, B ਆਂਸਰ ਆ। ਪ੍ਰੋਵਿੰਸ਼ੀਅਲ ਆਟੋਨੋਮੀ ਰਿਪਲੇਸਡ ਡਾਇਆਰਕੀ, ਠੀਕ ਹੈ ਜੀ। ਦਾ ਗਵਰਨਰ ਕੁਡ ਰਿਫਿਊਜ਼ ਏਸਨ ਟੂ ਏ ਬਿੱਲ, ਮਤਲਬ ਵੀਟੋ ਕਰ ਸਕਦਾ ਸੀ ਗਵਰਨਮੈਂਟ, ਆਪਣਾ ਗਵਰਨਰ। ਪ੍ਰੋਮਲਗੇਟ ਆਰਡੀਨੈਂਸਸ, ਅਧਿਆਦੇਸ਼ ਜਾਰੀ ਕਰ ਸਕਦਾ ਸੀ। ਐਂਡ ਐਨੈਕਟ ਗਵਰਨਰਸ ਐਕਟ, ਤੇ ਆਪਣੇ ਨਾਂ ਤੋਂ ਕਾਨੂੰਨ ਬਣਾ ਸਕਦਾ ਸੀ। ਸਹੀ ਹੈ ਜੀ। ਤੀਸਰੀ ਸਟੇਟਮੈਂਟ ਗਲਤ ਆ, ਕਿਉਂ? ਕਿਉਂਕਿ ਸੈਪਰੇਟ ਇਲੈਕਟੋਰੇਟਸ ਬੇਸਡ ਔਨ ਕਮਿਊਨਲ ਰਿਪਰੈਜ਼ੈਂਟੇਸ਼ਨ ਪਰਸਿਸਟਡ, ਇਹਨੂੰ ਹਟਾਇਆ ਨਹੀਂ ਗਿਆ ਸੀ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।